ਪੰਜਾਬ ਦੀ ਸਿਆਸਤ ਇਸ ਵੇਲੇ ਕਿਸਾਨੀ ਅੰਦੋਲਨ ਦੇ ਇਰਦ-ਗਿਰਦ ਘੁੰਮ ਰਹੀ ਹੈ। ਕਿਸਾਨੀ ਅੰਦੋਲਨ ਦੀ ਆੜ ਦੇ ਵਿੱਚ ਵੱਡੀਆਂ-ਵੱਡੀਆਂ ਰੈਲੀਆਂ ਵੀ ਹੋ ਰਹੀਆਂ ਨੇ। ਸਿਆਸੀ ਲੋਕ ਇਹ ਰੈਲੀਆਂ ਕਰਦੇ ਨੇ ਪਰ ਨਾਮ ਦਿੱਤਾ ਜਾਂਦਾ ਕਿ ਅਸੀਂ ਕਿਸਾਨੀ ਦੇ ਹੱਕ ਦੇ ਵਿੱਚ ਇਹ ਰੈਲੀਆਂ ਕਰ ਰਹੇ ਹਾਂ। ਦੂਜੇ ਪਾਸੇ ਕਰੋਨਾ ਦਾ ਵੀ ਬਹੁਤ ਵੱਡਾ ਰੌਲਾ ਪਿਆ ਹੋਇਆ ਹੈ। ਪਰ ਇਹ ਅੰਦੋਲਨ ਸਿਆਸੀ ਪਾਰਟੀਆਂ ਦੇ ਲਈ ਵੀ ਫਾਇਦੇ ਵਾਲੀ ਵੀ ਗੱਲ ਹੈ ਅਤੇ ਇਸ ਤੋਂ ਚੁਣੌਤੀ ਵੀ ਹੈ ਸਿਆਸੀ ਪਾਰਟੀਆਂ ਨੂੰ। ਜਿਹੜਾ ਇਸ ਮਸਲੇ ਨੂੰ ਹੱਲ ਕਰਾ ਦੂਗਾ ਉਹ ਵੱਡੇ ਪੱਧਰ ਦੇ ਉੱਪਰ ਫਾਇਦਾ ਲੈ ਸਕਦਾ 2022 ਦੀਆਂ ਚੋਣਾਂ ਦੇ ਵਿੱਚ। ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਨੇ ਬੰਟੀ ਰਮਾਣਾ। ਗੱਲਬਾਤ ਕਰਦੇ ਹਾਂ ਕਿ ਅਸਲ ਦੇ ਵਿੱਚ ਕਿਹੜੀਆਂ ਚੁਣੌਤੀਆਂ ਇਹਨਾਂ ਨੂੰ ਰਹਿਣ ਵਾਲੀਆਂ ਨੇ ਇਸ ਵਾਰ ਇਲੈਕਸ਼ਨ ਦੇ ਵਿੱਚ। ਰਮਾਣਾ ਸਾਹਿਬ, ਤੁਸੀਂ ਹੁਣੇ ਇੱਕ ਯੂਥ ਦੀ ਰੈਲੀ ਅਟੈਂਡ ਕਰਕੇ ਆਏ ਹੋ, ਤਾਂ ਕਿਹੜੀਆਂ ਚੁਣੌਤੀਆਂ ਲੱਗਦੀਆਂ ਕਿ 2022 ਦੇ ਵਿੱਚ ਆ ਸਕਦੀਆਂ ਨੇ? ਕਿਸਾਨੀ ਮੁੱਦਾ ਬਹੁਤ ਉੱਭਰਿਆ ਹੋਇਆ। ਦੇਖੋ, ਤੁਸੀਂ ਗੱਲ ਕੀਤੀ ਕਿ ਹੁਣੇ ਮੈਂ ਰੈਲੀ ਅਟੈਂਡ ਕਰਕੇ ਆਇਆ। ਜੇ ਅੱਜ ਦੀ ਰੈਲੀ ਦਾ ਮੈਂ ਰਿਸਪੌਂਸ ਦੇਖਾਂ ਤੇ ਫਿਰ ਮੈਨੂੰ ਤਾਂ ਕੋਈ ਚੁਣੌਤੀ ਨਜ਼ਰ ਨਹੀਂ ਆ ਰਹੀ, ਕਿਉਂਕਿ ਕੋਈ ਮਸਲਾ ਲੈ ਲਓ ਪੰਜਾਬ ਦਾ ਜਾਂ ਪੰਜਾਬੀਆਂ ਦਾ, ਸ਼੍ਰੋਮਣੀ ਅਕਾਲੀ ਦਲ ਨੇ, ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ, ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੇ ਹਮੇਸ਼ਾ ਪੰਜਾਬ ਦੇ ਮਸਲਿਆਂ ਨੂੰ ਲੈ ਕੇ, ਪੰਜਾਬ ਦੇ ਲੋਕਾਂ ਦੀ ਤਕਲੀਫਾਂ ਦੁੱਖ ਨੂੰ ਲੈ ਕੇ ਸੰਘਰਸ਼ ਵੀ ਕੀਤੇ ਹੈ, ਲੜਾਈਆਂ ਵੀ ਲੜੀਆਂ ਤੇ ਜਦੋਂ ਸਰਕਾਰ ਬਣੀ ਉਹਨਾਂ ਦਾ ਹੱਲ ਵੀ ਕੀਤਾ। ਤੁਸੀਂ ਕਿਸਾਨੀ ਮੁੱਦੇ ਦੀ ਗੱਲ ਕੀਤੀ। ਜੇ ਅੱਜ ਤੱਕ ਤੁਸੀਂ ਪੰਜਾਬ ਦੀ ਕਿਸਾਨੀ ਦੀ ਜੇ ਆਪਾਂ ਗੱਲ ਕਰੀਏ, ਜੋ ਫੈਸਲੇ ਕਿਸਾਨੀ ਵਾਸਤੇ ਹੋਏ ਹੈ, ਕਿਸਾਨੀ ਦੀ ਬਿਹਤਰੀ ਵਾਸਤੇ ਹੋਏ ਹੈ, ਉਦੋਂ ਹੀ ਹੋਏ ਹੈ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹੱਥ ਇਸ ਸੂਬੇ ਦੀ ਸਰਕਾਰ ਦੀ ਵਾਗਡੋਰ ਸੀ। ਚਾਹੇ ਤੁਸੀਂ ਮੁਫਤ ਬਿਜਲੀ ਦੀ ਗੱਲ ਕਰ ਲਓ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਦੇਣਾ ਹੈ। ਕੋਈ ਸ਼ੂਗਰ ਮਿਲਾਂ ਲੱਗੀਆਂ ਪੰਜਾਬ ਦੇ ਵਿੱਚ, ਉਹ ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ। ਜਿੰਨੀਆਂ ਕੱਸੀਆਂ ਬਣੀਆਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਬਣੀਆਂ। ਜਿੰਨਾ ਮੰਡੀ ਇਨਫਰਾਸਟ੍ਰਕਚਰ, ਅੱਜ ਮੰਡੀ ਇਨਫਰਾਸਟ੍ਰਕਚਰ ਦੀ ਪੰਜਾਬ ਦੀ ਗੱਲ ਹੋ ਰਹੀ ਹੈ ਦੇਸ਼ ਭਰ 'ਚ ਕਿ ਜਿਹੜਾ ਪੰਜਾਬ ਦਾ ਮੰਡੀ ਇਨਫਰਾਸਟ੍ਰਕਚਰ ਹੈ, ਇਸ ਕਰਕੇ ਕਿਸਾਨੀ ਪ੍ਰਫੁੱਲਤ ਹੋਈ ਹੈ। ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ 90% ਮੰਡੀ ਇਨਫਰਾਸਟ੍ਰਕਚਰ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ। ਹੋਰ ਕੋਈ ਵੀ ਕਿਸਾਨੀ ਦਾ ਤੁਸੀਂ ਗੱਲ ਕਰੋ, ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੀ ਖਾਤਰ ਤੇ ਕਿਸਾਨੀ ਦੀ ਖਾਤਰ ਲੜਾਈਆਂ ਲੜੀਆਂ। ਸਾਰੀਆਂ ਗੱਲਾਂ ਨਾਲ ਸਹਿਮਤ ਆ। ਬਹੁਤ ਵੱਡਾ ਮੁੱਦਾ ਕਿਸਾਨੀ ਦਾ ਚੱਲ ਰਿਹਾ ਵਾ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿਸਾਨਾਂ ਦਾ ਮਸੀਹਾ ਵੀ ਕਿਹਾ ਜਾਂਦਾ, ਤਾਂ ਇਸ ਵੇਲੇ ਚੁੱਪ ਕਿਉਂ? ਨਹੀਂ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਚੁੱਪ ਨਹੀਂ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਮੇਂ-ਸਮੇਂ ਤੇ ਪਾਰਟੀ ਦਾ ਤੇ ਆਪ ਦਾ ਜਿਹੜਾ ਵਿਊ ਹੈ ਉਹ ਰੱਖਦੇ ਰਹੇ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਪਾਰਟੀ ਦੇ ਪ੍ਰਧਾਨ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਤਰਫੋਂ ਬਤੌਰ ਪ੍ਰਧਾਨ ਸਮੇਂ-ਸਮੇਂ ਤੇ ਰੈਗੂਲਰਲੀ ਪਾਰਟੀ ਦੇ ਵਰਕਰਾਂ ਨੂੰ ਵੀ ਕਿਸਾਨੀ ਦੇ ਹੱਕ ਦੇ ਵਿੱਚ, ਕਿਸਾਨੀ ਸੰਘਰਸ਼ ਦੇ ਹੱਕ ਦੇ ਵਿੱਚ ਸਮਰਥਨ, ਸਹਿਯੋਗ, ਸਪੋਰਟ ਦੇਣ ਦੀ ਵੀ ਗੱਲ ਕਰਦੇ ਰਹੇ ਹੈ। ਸੋ ਸ਼੍ਰੋਮਣੀ ਅਕਾਲੀ ਦਲ ਦਾ ਜੇ ਤੁਸੀਂ ਦੇਖੋ, ਹਰ ਇੱਕ ਵਰਕਰ, ਅੱਜ ਮੈਂ ਯੂਥ ਦੇ ਮੁੰਡਿਆਂ ਨਾਲ ਗੱਲ ਕਰ ਰਿਹਾ ਸੀ, ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਦੇਖਦਾ ਪੰਜਾਬ ਦੇ ਯੂਥ ਅਕਾਲੀ ਦਲ ਦੇ ਹਰ ਇੱਕ ਨੌਜਵਾਨ ਨੂੰ ਤੁਸੀਂ ਵੇਖ ਲਓ, ਜਿਸ ਦਿਨ ਦਾ ਇਹ ਸੰਘਰਸ਼ ਸ਼ੁਰੂ ਹੋਇਆ, ਇੱਥੋਂ ਲੈ ਕੇ ਜਦੋਂ ਇਹ ਚੱਲਿਆ ਕਾਫਲਾ ਤੇ ਦਿੱਲੀ ਦੇ ਬਾਰਡਰ ਤੱਕ, ਅੱਜ ਤੱਕ ਯੂਥ ਅਕਾਲੀ ਦਲ ਦਾ ਹਰ ਇੱਕ ਵਰਕਰ ਉੱਥੇ ਬਤੌਰ ਕਿਸਾਨ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਸਾਨੂੰ ਕਿਹਾ ਕਿ ਬਿਨਾਂ ਪਾਰਟੀ ਦੇ ਝੰਡੇ ਤੋਂ ਇਹਦੇ 'ਚ ਸ਼ਾਮਲ ਹੋਣਾ। ਬਤੌਰ ਕਿਸਾਨ ਯੂਥ ਅਕਾਲੀ ਦਲ ਦਾ ਹਰ ਇੱਕ ਵਰਕਰ, ਤੁਸੀਂ ਆਹ ਦੇਖ ਲਓ, ਤੁਹਾਡੇ ਜਲੰਧਰ ਵਾਲੇ ਆ, ਤੁਸੀਂ ਮੇਰੇ ਨਾਲ ਬਿਹਤਰ ਜਾਣਦੇ ਹੋ, ਫਸਟ ਡੇ ਤੋਂ ਉੱਥੇ ਬੈਠੇ ਆ ਤੇ ਇਸ ਸੰਘਰਸ਼ ਦੇ ਵਿੱਚ, ਲੜਾਈ ਦੇ ਵਿੱਚ ਆਪਦਾ ਯੋਗਦਾਨ ਪਾ ਰਹੇ। ਅਸੀਂ ਵੀ ਉੱਥੇ 3 ਮਹੀਨੇ ਹੋ ਗਏ ਲਗਾਤਾਰ ਰਿਪੋਰਟਿੰਗ ਕਰ ਰਹੇ ਹਾਂ। ਜੋ ਅਸੀਂ ਉੱਥੇ ਐਨਾਲਿਸਿਸ ਕੀਤਾ, ਉੱਥੇ ਜਿਹੜੇ ਬਜ਼ੁਰਗ ਨੇ ਜਿਹੜੇ ਅਕਾਲੀ ਦਲ ਦੇ ਨਾਲ ਜੁੜੇ ਹੋਣਗੇ, ਕਿਉਂਕਿ ਪਾਰਟੀਆਂ ਨਾਲ ਲੋਕ ਜੁੜੇ ਹੁੰਦੇ ਆ, ਉਹ ਗੱਲ ਇਹ ਕਹਿੰਦੇ ਕਿ ਜੇ ਪ੍ਰਕਾਸ਼ ਸਿੰਘ ਬਾਦਲ ਖੁਦ ਆਪ ਚਲੇ ਜਾਂਦੇ ਤਾਂ ਇੰਨੀ ਨੌਬਤ ਨਾ ਆਉਂਦੀ। ਲੱਗਦਾ ਮਹਿਸੂਸ ਕਰਦੇ ਹੋ ਕਿ ਜਿਹੜੀ ਉਹਨਾਂ ਦੀ ਚੁੱਪੀ ਹੈ ਕਿਤੇ ਨਾ ਕਿਤੇ ਨੁਕਸਾਨ ਕਰ ਰਹੀ ਹੈ ਪੰਜਾਬ ਦਾ? ਤੁਸੀਂ ਇੱਕ ਗੱਲ ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਨੇ ਕੈਬਨਿਟ ਦੇ ਵਿੱਚ, ਅਸੀਂ ਨੁਮਾਇੰਦਗੀ ਕਰਦੇ ਸੀ ਪੰਜਾਬ ਦੀ, ਕੈਬਨਿਟ ਦੀ ਵਜ਼ਾਰਤ ਛੱਡਤੀ। 30 ਸਾਲ ਪੁਰਾਣਾ ਗੱਠਜੋੜ ਜਿਹੜਾ ਅਟਲ ਬਿਹਾਰੀ ਵਾਜਪਾਈ ਸਾਹਿਬ ਨੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਹਿੰਦੂ ਸਿੱਖ ਭਾਈਚਾਰੇ ਨੂੰ ਕਾਇਮ ਰੱਖਣ ਵਾਸਤੇ, ਪੰਜਾਬ ਦੇ ਵਿੱਚ ਕੌਮਨਲ ਹਾਰਮਨੀ ਨੂੰ ਰੱਖਣ ਵਾਸਤੇ, ਪੰਜਾਬ ਦੇ ਹਾਲਾਤਾਂ ਨੂੰ ਸੁਖਾਵੇਂ ਰੱਖਣ ਵਾਸਤੇ ਬਣਾਇਆ ਸੀ, ਅਸੀਂ ਉਸ ਅਲਾਇੰਸ ਚੋਂ ਛੱਡ ਕੇ ਬਾਹਰ ਆ ਗਏ ਹਾਂ। ਇਹ ਕੋਈ ਛੋਟੇ ਕਦਮ ਨਹੀਂ ਹੈ। ਹੁਣ ਕੀ ਨਰਿੰਦਰ ਮੋਦੀ ਨੂੰ ਤੇ ਭਾਜਪਾ ਦੀ ਲੀਡਰਸ਼ਿਪ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ? ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮਰਜ਼ੀ ਤੋਂ ਬਿਨਾਂ ਇਹ ਚੀਜ਼ਾਂ ਹੋ ਗਈਆਂ। ਗੱਲ ਤਾਂ ਇਹ ਹੈ ਕਿ ਜਿਵੇਂ ਆਪਾਂ ਪੰਜਾਬੀ 'ਚ ਕਹਿ ਦਿੰਦੇ ਆ ਨਾ ਜੀ, ਜੇ ਬੰਦਾ ਖੜਾ ਨਹੀਂ ਦਿਸਦਾ ਤਾਂ ਬੈਠਾ ਵੀ ਨਹੀਂ ਦਿਸਦਾ। ਸ਼੍ਰੋਮਣੀ ਅਕਾਲੀ ਦਲ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਬੜੇ ਪੁਰਾਣੀ ਸਾਂਝ ਸੀ। ਸਭ ਤੋੜ ਵਿਛੋੜੇ ਕਰਕੇ, ਸਭ ਸਾਂਝਾਂ ਛੱਡ ਕੇ ਇਸ ਸਰਕਾਰ ਤੋਂ, ਇਸ ਗੱਠਜੋੜ ਤੋਂ ਅਸੀਂ ਬਾਹਰ ਹੋਏ ਹਾਂ। ਤੇ ਜੇ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਹੁੰਦਾ ਤਾਂ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜਾਇਆਂ ਦਾ ਕੀ ਅਸਰ ਹੋਣਾ? 2022 ਨੇੜੇ ਆ ਰਿਹਾ ਹੈ।
ਆਪ ਨੇ ਬੜੀ ਵੱਡੀ ਇੱਕ ਰੈਲੀ ਕੀਤੀ, ਕਿਸਾਨਾਂ ਦੇ ਮੋਢੇ ਤੇ ਰੱਖ ਕੇ ਕਹਿ ਸਕਦੇ ਹਾਂ, ਕਿਉਂਕਿ ਕਿਸਾਨੀ ਦੀ ਗੱਲ ਘੱਟ ਤੇ ਉੱਥੇ ਮੈਨੂੰ ਲੱਗਦਾ ਦਿੱਲੀ ਦੇ ਜਿਹੜੇ ਏਜੰਡੇ ਦੇ ਉੱਪਰ ਪੰਜਾਬ ਨੂੰ ਲਿਆਉਣ ਦੀ ਗੱਲ ਕੀਤੀ ਗਈ, ਵਾਅਦਿਆਂ ਦੀ ਝੜੀ ਲਾਤੀ। ਸਭ ਤੋਂ ਵੱਡਾ ਮੁੱਦਾ ਇਸ ਵੇਲੇ ਬਣਿਆ ਹੋਇਆ ਬਿਜਲੀ ਦਾ, ਕਹਿੰਦੇ ਬਿਜਲੀ ਫ੍ਰੀ ਕਰ ਦਿਆਂਗੇ ਆਉਣ ਤੇ। ਲੱਗਦਾ ਕਿ ਜੇ ਤੁਹਾਡੀ ਸਰਕਾਰ ਆਉਂਦੀ ਤੁਸੀਂ ਕੁਝ ਕਰੋਗੇ? ਦੇਖੋ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਤਾਂ ਰਿਕਾਰਡ ਬੋਲਦਾ ਜੀ, ਜੋ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੇ ਮੈਨੀਫੈਸਟੋ 'ਚ ਵਾਅਦੇ ਕੀਤੇ, ਜੋ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਮੇਂ-ਸਮੇਂ ਤੇ ਆਪਦੀਆਂ ਸਟੇਟਮੈਂਟਸ ਦਿੱਤੀਆਂ, ਇੱਕ ਵਾਅਦੇ ਨੂੰ ਅਸੀਂ ਪੂਰਾ ਕੀਤਾ ਹੈ। ਜਿੱਥੋਂ ਤੱਕ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਬਾਘੇ ਪੁਰਾਣੇ ਵਿਖੇ ਇਹਨਾਂ ਨੇ ਇੱਕ ਕਿਸਾਨ ਮਹਾਪੰਚਾਇਤ ਦੇ ਨਾਂ ਤੇ ਇੱਕ ਢਕਵੰਜ ਰਚਿਆ ਸੀ ਪਿਛਲੇ ਦਿਨੀ। ਵੇਖੋ, ਇਕੱਠ ਦਾ ਤਾਂ ਮੈਨੂੰ ਬੜੀ ਸ਼ੰਕਾ ਹੈ, ਕਿਉਂਕਿ ਤੁਸੀਂ ਕੋਈ ਵੀ ਉਹਨਾਂ ਦੀ ਰੈਲੀ ਦੀ ਪਿਕਚਰ ਦੇਖ ਲਓ, ਇਕੱਠ ਹੈ ਨਾ ਜਿਹੜਾ, ਉਹ ਬਲਰ ਕਰਕੇ ਦਿਖਾਇਆ ਗਿਆ। ਜੇ ਇਕੱਠ ਇੰਨਾ ਜ਼ਿਆਦਾ ਹੋਵੇ ਨਾ, ਜਿਵੇਂ ਸਾਡੀਆਂ ਰੈਲੀਆਂ ਹੋਈਆਂ, ਖੇਮਕਰਨ ਹੋਈ ਹੈ, ਜਲਾਲਾਬਾਦ ਹੋਈ ਹੈ, ਸਾਡੀ ਕੱਲੇ ਹਲਕੇ ਦੀ ਰੈਲੀ ਸੀ, ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਇਹਨਾਂ ਦੀ ਸੂਬੇ ਦੀ ਰੈਲੀ ਤੋਂ ਵੱਡੀ ਸੀ। ਚਲੋ ਛੱਡੋ ਉਹ ਗੱਲਾਂ ਨੂੰ, ਇਕੱਠ ਨੂੰ। ਗੱਲ ਆਈ ਕਿ ਉਹ ਦਿੱਲੀ ਮਾਡਲ ਦੀ ਗੱਲ ਕਰਦੇ ਆ। ਵੱਡੀ ਗੱਲ ਉੱਥੇ ਜਿਹੜੀ ਚਰਚਾ ਦਾ ਵਿਸ਼ਾ ਬਣਿਆ ਕਿ ਕੇਜਰੀਵਾਲ ਨੇ ਇਹ ਕਿਹਾ ਕਿ ਅਸੀਂ 20 ਲੱਖ ਨੌਕਰੀ ਦੇਵਾਂਗੇ ਪੰਜਾਬ 'ਚ ਜਦੋਂ ਸਾਡੀ ਸਰਕਾਰ ਬਣ ਗਈ। ਕੈਪਟਨ ਵਾਲੇ ਕਾਰਡ ਸਾਂਭ ਕੇ ਰੱਖਿਓ। ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਿਆਂ ਕੈਪਟਨ ਦਾ ਕਾਰਡ ਕੀ ਸੀ। ਆ ਕੈਪਟਨ ਦਾ ਕਾਰਡ ਜਦੋਂ ਨੌਕਰੀਆਂ ਭਰਾਈਆਂ ਹੋਣੇ, ਆ ਕੈਪਟਨ ਦੇ ਕਾਰਡ ਦੀ ਮੈਂ ਵੱਡੀ ਫੋਟੋ ਲੈ ਕੇ ਆਇਆ, ਤੇ ਕੈਪਟਨ ਸਾਹਿਬ ਦਾ ਤੁਸੀਂ ਵੇਖੋ, ਦਸਤਖਤ ਕੀਤੇ ਹੋਏ ਲੋਕਾਂ ਨੂੰ ਦਿੱਤੇ ਸੀ। ਕੈਪਟਨ ਅਮਰਿੰਦਰ ਸਿੰਘ ਦਾ ਸਾਈਨਡ ਹੈ। ਨਾਰਾ ਸੀ ਕੈਪਟਨ ਨੇ ਸਹੁੰ ਚੱਕੀ, ਹਰ ਘਰ ਇੱਕ ਨੌਕਰੀ ਪੱਕੀ। ਤੇ ਕੈਪਟਨ ਸਾਹਿਬ ਨੇ ਲਿਖਿਆ ਕਿ I, Captain Amarinder Singh, promise you that upon forming the government in Punjab, 1 job per family will be provided to unemployed youth between the age of 18 and 35 years. Till such employment is provided, ਹੁਣ ਸੁਣ ਲਓ ਧਿਆਨ ਨਾਲ, till such employment is provided, they will be getting an unemployment allowance of 2,500 rupees per month. Captain Amarinder Singh signed. ਪਹਿਲਾਂ ਤਾਂ ਕੈਪਟਨ ਅਮਰਿੰਦਰ ਸਿੰਘ ਇਸ ਵਾਅਦੇ ਤੇ ਕਿੰਨਾ ਪੂਰਾ ਉਤਰਿਆ, ਮੈਂ ਉਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਹੁਣ ਇਹ ਕਾਰਡ ਚੱਕ ਕੇ ਕੇਜਰੀਵਾਲ ਕਹਿੰਦਾ ਕਿ ਮੈਂ ਇਹਨਾਂ ਕਾਰਡਾਂ ਵਾਲਿਆਂ ਨੂੰ ਨੌਕਰੀ ਦੇਵਾਂਗਾ। ਮੈਂ ਕੇਜਰੀਵਾਲ ਦਾ ਡਾਟਾ ਕੱਢ ਕੇ ਲਿਆਇਆ। ਦਿੱਲੀ ਸਰਕਾਰ ਦੇ ਜਿਹੜੇ ਉੱਥੋਂ ਦੇ ਦਿੱਲੀ ਦੇ ਮੀਡੀਆ ਹਾਊਸਿਸ ਹੈ, ਉਹਨਾਂ ਨੇ ਕੇਜਰੀਵਾਲ ਦੀ ਰਿਪੋਰਟ ਕਾਰਡ ਇੱਕ ਤਿਆਰ ਕੀਤਾ, ਕੇਜਰੀਵਾਲ's ਰਿਪੋਰਟ ਕਾਰਡ, ਹਾਊ ਦਿੱਲੀ's ਆਮ ਆਦਮੀ ਪਾਰਟੀ ਗਵਰਨਮੈਂਟ ਫੇਡ ਔਨ ਇਟਸ 70 ਮੈਨੀਫੈਸਟੋ ਪ੍ਰੋਮਿਸਿਸ ਫਰੋਮ 2015 to 2021 ਅੱਜ ਤੱਕ। ਹੁਣ ਇਹਦੇ 'ਚ ਅਨਐਮਪਲੋਇਮੈਂਟ ਦੀ ਗੱਲ ਹੋਈ, ਤੁਸੀਂ ਦੇਖੋ ਅਨਐਮਪਲੋਇਮੈਂਟ 'ਚ, ਕਿਉਂਕਿ ਇਹਨੇ ਨੌਕਰੀਆਂ ਦੀ ਗੱਲ ਕੀਤੀ ਹੈ, ਉਹ ਲਿਖਦੇ ਕੀ ਹੈ, ਆਮ ਆਦਮੀ ਪਾਰਟੀ ਹੈਡ ਇਨ ਇਟਸ ਮੈਨੀਫੈਸਟੋ। ਹੁਣ ਤੁਸੀਂ ਪੁੱਛੋਗੇ ਕਿਹਦਾ, ਆ ਮੇਰਾ ਨਹੀਂ ਹੈ, ਇਹ ਦ ਪ੍ਰਿੰਟ ਜਿਹੜਾ ਮੀਡੀਆ ਪੋਰਟਲ ਹੈ, ਉਹਨਾਂ ਨੇ ਇਹ ਫਾਈਲ ਕੀਤੀ ਹੈ ਸਟੋਰੀ। ਅਨੀਸ਼ਾ ਬੇਦੀ ਜੀ ਇਹਦੇ ਪੱਤਰਕਾਰ ਹੈ, ਮੈਂ ਉਹ ਵੀ ਦੱਸ ਦਿਆਂ ਜਿਨ੍ਹਾਂ ਨੇ ਫਾਈਲ ਕੀਤੀ ਹੈ। ਉਹਨਾਂ ਨੇ ਲਿਖਿਆ ਕਿ ਆਮ ਆਦਮੀ ਪਾਰਟੀ in its manifesto promised 8 lakh jobs in 5 years, but the government is now silent on the issue. ਹੁਣ ਜਿਹੜੀਆਂ 8 ਲੱਖ ਨੌਕਰੀਆਂ ਇਹਨਾਂ ਨੇ 2015 ਵਾਲੇ ਆਪਦੇ ਮੈਨੀਫੈਸਟੋ 'ਚ ਪ੍ਰੋਮਿਸ ਕਰਤੀਆਂ, ਠੀਕ ਹੈ ਜੀ। ਹੁਣ 2020 'ਚ ਫਿਰ ਮੈਨੀਫੈਸਟੋ ਆਇਆ, ਉਹਦੇ 'ਚ ਨੌਕਰੀਆਂ ਦਾ ਜ਼ਿਕਰ ਹੀ ਕੋਈ ਨਹੀਂ। ਹੁਣ ਆਹ ਦੇਖੋ 2020 ਦੇ ਵਾਈ ਅਰਵਿੰਦ ਕੇਜਰੀਵਾਲ ਐਂਡ ਆਮ ਆਦਮੀ ਪਾਰਟੀ ਆਰ ਸਾਇਲੈਂਟ ਔਨ ਜੌਬਸ ਇਨ ਦਿਸ ਈਅਰਸ ਦਿੱਲੀ ਇਲੈਕਸ਼ਨ। ਕਿਉਂ? ਬਿਕੋਜ਼ ਪਾਰਟੀ ਨੇ ਆਪਦਾ 2015 ਵਾਲਾ ਵਾਅਦਾ 8 ਲੱਖ ਵਾਲਾ ਪੂਰਾ ਨਹੀਂ ਕੀਤਾ, ਤੇ ਆਮ ਆਦਮੀ ਪਾਰਟੀ ਮੈਨੀਫੈਸਟੋ ਡਜ਼ਨਟ ਟਾਕ ਅਬਾਊਟ ਜੌਬਸ ਐਟ ਆਲ because they do not want to trigger a debate on its 2015 promise. ਹੁਣ ਗਰਾਊਂਡ ਤੇ ਬੜਾ ਕੰਮ ਕੀਤਾ। ਦੱਸਦਾ ਤੁਹਾਨੂੰ, ਮੈਂ ਸਾਰਾ ਇੱਕ ਸੈਕਿੰਡ ਮੈਨੂੰ ਟਾਈਮ ਨਾਲ ਸੁਣ ਲਓ। 2015 ਚ 8 ਲੱਖ ਜੌਬਸ ਦਾ ਵਾਅਦਾ ਕਰਤਾ। ਹੁਣ ਆ ਬੜੀ ਕਲੀਅਰਲੀ ਲਿਖਿਆ ਗਿਆ ਕਿ 2020 ਦੇ ਮੈਨੀਫੈਸਟੋ 'ਚ ਜੌਬਸ ਦਾ ਜ਼ਿਕਰ ਹੀ ਕੋਈ ਨਹੀਂ ਹੈ, ਕਿਉਂਕਿ ਜੇ ਰੱਖਦੇ 2015 ਦਾ ਮੁੱਦਾ ਫੇਰ ਛਿੜ ਪੈਣਾ ਸੀ। ਹੁਣ 2015 ਤੋਂ ਬਾਅਦ ਇਹਨਾਂ ਨੇ 20 ਤੱਕ ਕਿੰਨੀਆਂ ਨੌਕਰੀਆਂ ਦਿੱਤੀਆਂ? 8 ਲੱਖ ਦਾ ਵਾਅਦਾ ਸੀ। ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਸੁਣ ਲਓ ਹੁਣ ਧਿਆਨ ਨਾਲ। ਇਹ ਆਰਟੀਆਈ 'ਚ ਇਨਫੋਰਮੇਸ਼ਨ ਲਿੱਤੀ ਹੈ ਦਿੱਲੀ ਇੰਪਲੋਇਮੈਂਟ ਐਕਸਚੇਂਜ 'ਚੋਂ। Delhi Employment Exchange, replying to a query filed under RTI, said jobs had been given to 102 people in 2016, 66 people in 2017 and 46 people in 2018। ਇਹ ਬਣ ਗਈਆਂ ਜੀ 2014 ਨੌਕਰੀਆਂ, ਵਾਅਦਾ ਸੀ 8 ਲੱਖ ਜੌਬਸ ਦਾ। ਤੇ ਇੱਥੇ ਆ ਕੇ ਜਿਨ੍ਹਾਂ ਨੇ ਮੁੱਖ ਮੰਤਰੀ ਬਣਾਤਾ, ਉਹਨਾਂ ਨੂੰ ਤਾਂ 7 ਸਾਲਾਂ 'ਚ ਦਿੱਤੀਆਂ 2014 ਨੌਕਰੀਆਂ 8 ਲੱਖ ਦਾ ਵਾਅਦਾ ਕਰਕੇ। ਉਹਨਾਂ ਦਾ ਤਾਂ ਪਹਿਲਾਂ ਘਰ ਪੂਰਾ ਕਰਦੇ, ਇੱਥੇ ਆ ਕੇ 20 ਲੱਖ ਦਾ ਵਾਅਦਾ ਐਡਾ ਮੂੰਹ ਖੋਲ ਕੇ ਕਰਤਾ, ਉਹਦਾ ਜ਼ਿੰਮੇਵਾਰ ਕੌਣ ਹੈ? ਸੋ ਮੈਂ ਇਹ ਲੋਕਾਂ ਨੂੰ ਦੱਸਣਾ ਚਾਹੁੰਦਾ, ਜਿਹੜੇ ਇੱਥੇ ਵਾਅਦੇ ਕਰ ਰਹੇ ਹੈ ਨਾ,
ਦੂਜੀ ਗੱਲ ਇਹਨਾਂ ਨੇ ਬੜਾ ਵੱਡਾ ਹੀ ਗੱਲ ਕੀਤੀ ਸੀ ਕਿ ਅਸੀਂ ਦਿੱਲੀ 'ਚ ਐਜੂਕੇਸ਼ਨ ਦਾ ਜਿਹੜਾ ਸਿਸਟਮ ਹੈ ਉਹ ਬੜਾ ਉੱਤੇ ਚੱਕਤਾ। ਐਜੂਕੇਸ਼ਨ ਦੀ ਤੁਸੀਂ ਸੁਣ ਲਓ, ਇਹ ਫੇਰ ਮੇਰੇ ਵੱਲੋਂ ਨਹੀਂ ਹੈ ਸਟੇਟਮੈਂਟ। ਆਮ ਆਦਮੀ ਪਾਰਟੀ ਦਾ ਮੀਡੀਆ ਐਡਵਾਈਜ਼ਰ ਹੈ ਅਕਸ਼ੇ ਮਰਾਠੇ told the print that out of the 500 new schools promised in its manifesto, only 30 have come up. ਇਹ ਮੈਂ ਨਹੀਂ ਕਹਿ ਰਿਹਾ, ਇਹ ਵੀ ਆਮ ਆਦਮੀ ਪਾਰਟੀ ਵਾਲੇ ਕਹਿ ਰਹੇ। ਸੋ ਤੁਸੀਂ ਦੱਸੋ, ਇਹ ਬੰਦੇ ਇੱਥੇ ਆ ਕੇ ਵਾਅਦੇ ਕਰ ਰਹੇ ਆ ਤੇ ਜਿੱਥੇ ਸਰਕਾਰ ਹੈ ਉੱਥੇ ਤਾਂ ਡਿਲੀਵਰੀ ਨਿਲ ਹੈ। ਪਰ ਜਿਹੜੀ ਉਹ ਗਰਾਊਂਡ ਦੀ ਗੱਲ ਕਰਦੇ, ਕਹਿੰਦੇ ਅਸੀਂ ਉੱਥੇ ਸਰਕਾਰੀ ਸਕੂਲ ਵਧੀਆ ਬਣਾਤੇ, ਬਿਜਲੀ ਦੇ ਰੇਟ ਆ ਜਿਹੜੇ ਉਹ ਨਾਮ ਮਾਤਰ ਹੋ ਗਏ, ਬਿਜਲੀ ਨਹੀਂ ਉੱਥੇ ਬਿੱਲ ਨਹੀਂ ਆਉਂਦੇ ਹੈਗੇ। ਤਾਂ ਜਿਹੜੇ ਨੌਕਰੀਆਂ ਗੱਲ ਤੁਸੀਂ ਉਹ ਕਰ ਰਹੇ ਹੋ, ਪਰ ਬਿਜਲੀ ਦਾ ਇੱਕ ਜਿਹੜਾ ਪਾਣੀ ਦਾ ਮੁੱਦਾ ਆ, ਉੱਥੇ ਜਿਹੜਾ ਐਜੂਕੇਸ਼ਨ ਦਾ ਜਿਹੜੀਆਂ ਮੁੱਢਲੀਆਂ ਚੀਜ਼ਾਂ ਨੇ, ਉਹ ਕਹਿੰਦੇ ਅਸੀਂ ਉੱਥੇ ਉਹ ਚੀਜ਼ਾਂ ਸਹੂਲਤ ਦੇ ਦਿੱਤੀ ਆ ਲੋਕਾਂ ਨੂੰ, ਤੇ ਪੰਜਾਬ 'ਚ ਵੀ ਦੇ ਦਿਆਂਗੇ ਆ ਕੇ। ਬਿਜਲੀ ਦੀ ਵੀ ਜਿਹੜੀ ਉਹ ਗੱਲ ਕਰ ਰਹੇ ਆ ਨਾ, ਉਹ ਬੜੇ ਫਰਾਡ ਕਰਦੇ ਆ। ਇਲੈਕਟ੍ਰਿਸਿਟੀ ਦਾ ਮੈਂ ਸਾਰਾ ਡਾਟਾ ਲੈ ਕੇ ਆਇਆ, ਵੇਖੋ। ਪਰ ਲੋਕ ਕਹਿੰਦੇ ਨੇ ਉੱਥੇ, ਕਹਿੰਦੇ ਸਾਡੇ ਨਹੀਂ ਬਿੱਲ ਆਉਂਦੇ। ਦੇਖੋ ਮੈਂ ਦੱਸਦਾ ਤੁਹਾਨੂੰ, 1,87,000 ਬੰਦਾ ਹੈ ਦਿੱਲੀ ਦੀ ਸਾਰੀ ਪੋਪੂਲੇਸ਼ਨ ਚੋਂ, ਕਰੋੜਾਂ ਲੋਕਾਂ ਚੋਂ ਜਿਨ੍ਹਾਂ ਨੂੰ ਬਿਜਲੀ ਦੇ ਬਿੱਲ ਨਹੀਂ ਆਉਂਦੇ। ਦੈਟ ਇਜ਼ ਹਾਰਡਲੀ ਨਾਟ ਇਵਨ 1% ਆਈ ਥਿੰਕ। ਬਿਜਲੀ ਦੇ ਮੁੱਦੇ ਤੇ ਫਿਰ ਇਹਨਾਂ ਦੀ ਸਰਕਾਰ ਦੀ ਰਿਪੋਰਟ ਕਾਰਡ, ਫਿਕਸਡ ਚਾਰजेस ਪਰ ਮੰਥ ਆ ਬੀਇੰਗ ਇਨਕਰੀਜ਼ਡ ਰੈਗੂਲਰਲੀ। ਇਹ ਮੈਂ ਨਹੀਂ ਕਹਿ ਰਿਹਾ, ਇਹ ਇਹਨਾਂ ਦੀ ਸਰਕਾਰ ਦਾ ਰਿਪੋਰਟ ਕਾਰਡ ਕਹਿ ਰਿਹਾ। ਜੇ ਐਡਾ ਇਹਨਾਂ ਦਾ ਕੰਮ ਸੈੱਟ ਹੁੰਦਾ ਉੱਥੇ, ਤੇ ਫਿਰ ਆ ਲੋਕ ਸਭਾ ਦੀ ਇਲੈਕਸ਼ਨ ਟੱਪ ਕੇ ਗਈ ਹੈ, ਮਹੀਨੇ ਹਜੇ ਸਾਲ ਡੇਢ ਸਾਲ ਹੀ ਹੋਇਆ ਹੈ, ਤੇ 7 ਚੋਂ 7 ਵਾਈਪ ਆਊਟ ਕਿਉਂ ਹੋ ਗਏ ਜੀ? ਇਹ ਇੱਕ ਸੀਟ ਆਈ ਆ ਆਮ ਆਦਮੀ ਪਾਰਟੀ ਨੂੰ ਸੰਗਰੂਰ ਚੋਂ, ਤੇ ਫਿਰ ਦਿੱਲੀ ਚੋਂ ਕਿਉਂ ਨਾ ਜਿੱਤੇ ਜੀ? ਨਾਲੇ ਉੱਥੇ ਸਰਕਾਰ 'ਚ ਬੈਠੇ ਸੀ। ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਉਹ ਲੂੰਬੜ ਹੈ ਅਰਵਿੰਦ ਕੇਜਰੀਵਾਲ, ਉਹ ਅਰਵਿੰਦ ਕੇਜਰੀਵਾਲ ਨਹੀਂ ਹੈ, ਉਹ ਲੂੰਬੜ ਹੈ, ਬੜਾ ਸ਼ੈਤਾਨ ਹੈ, ਪਰ ਪੰਜਾਬ ਦੇ ਲੋਕ ਉਹਨੂੰ ਪਛਾਣ ਚੁੱਕੇ। ਆਖਰੀ ਸਵਾਲ ਆ ਕਿ ਤੁਸੀਂ ਇਸ ਇਲੈਕਸ਼ਨ ਨੂੰ ਕਿਸਾਨੀ ਮੁੱਦੇ ਦੇ ਉੱਤੇ ਲੜੋਗੇ ਕਿ ਜਾਂ ਪੰਜਾਬ ਦੇ ਮੁੱਦਿਆਂ ਦੇ, ਜਿੱਦਾਂ ਗਰਾਊਂਡ ਦੀ ਗੱਲ ਹੈ ਕਿ ਬਿਜਲੀ ਦਾ ਬਹੁਤ ਵੱਡਾ ਮਸਲਾ ਹੈ ਇਸ ਵੇਲੇ, ਸ਼੍ਰੋਮਣੀ ਅਕਾਲੀ ਦਲ ਨੇ ਚੱਕਿਆ ਵੀ ਹੈ ਕਿ ਅਸੀਂ ਇਲੈਕਸ਼ਨ ਦੇ ਵਿੱਚ ਕਵਰ ਵੀ ਕਰਾਂਗੇ, ਕਿਸਾਨੀ ਮੁੱਦੇ ਨੂੰ ਦੇਖਿਆ ਜਾਊਗਾ ਕਿ ਜਾਂ ਆਮ ਮੁੱਦੇ? ਸਾਰੇ ਮੁੱਦੇ ਲੈ ਕੇ ਇਲੈਕਸ਼ਨ 'ਚ ਜਾਵਾਂਗੇ। ਸ਼੍ਰੋਮਣੀ ਅਕਾਲੀ ਦਲ ਨੇ ਕਿਸਾਨੀ ਦੇ ਮੁੱਦੇ ਨੂੰ ਲੈ ਕੇ ਜੋ ਆਪਦੀ ਫਰਜ਼ ਦੀ ਅਦਾਇਗੀ ਕੀਤੀ ਹੈ, ਕੋਈ ਕਿਸੇ ਤੇ ਆਸਾਨ ਨਹੀਂ ਅਸੀਂ ਕੀਤਾ, ਚਾਹੇ ਅਸੀਂ ਕੈਬਨਿਟ ਛੱਡੀ, ਚਾਹੇ ਅਸੀਂ ਗੱਠਜੋੜ ਛੱਡਿਆ। ਇਸ ਸੰਘਰਸ਼ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਰ ਇੱਕ ਵਰਕਰ ਨੇ ਯੋਗਦਾਨ ਪਾਇਆ। ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਲੜਾਈਆਂ ਲੜੀਆਂ ਲੋਕਾਂ ਨੇ। ਚਾਹੇ ਪੰਜਾਬ ਦੀ ਡਿਵੈਲਪਮੈਂਟ ਦੀ ਗੱਲ ਹੋਵੇ, ਜੋ ਸ਼੍ਰੋਮਣੀ ਅਕਾਲੀ ਦਲ ਨੇ ਡਿਵੈਲਪਮੈਂਟ ਕੀਤੀ, ਅੱਜ ਵੀ ਲੋਕ ਗੱਲ ਕਰਦੇ। ਅਕਾਲੀ ਦਲ ਨੂੰ ਅੰਦੋਲਨ ਦਾ ਨੁਕਸਾਨ ਹੋਇਆ ਮੰਨਦੇ ਹੋ ਤੁਸੀਂ? ਬਿਲਕੁਲ ਨਹੀਂ ਜੀ। ਕਾਹਦੇ ਵਾਸਤੇ ਨੁਕਸਾਨ ਹੋਣਾ ਅਕਾਲੀ ਦਲ ਨੂੰ? ਅਕਾਲੀ ਦਲ ਨੂੰ ਤਾਂ ਇਸ ਗੱਲ ਦੀ ਖੁਸ਼ੀ ਹੈ ਕਿ ਪੰਜਾਬ ਦੇ ਲੋਕ, ਦੁਨੀਆ ਭਰ 'ਚ ਵਸਦੇ ਪੰਜਾਬੀਆਂ ਨੇ ਦਿੱਲੀ ਨਾਲ ਟਾਕਰਾ ਲਿੱਤਾ, ਦਿੱਲੀ ਦੀ ਹਿੱਕ ਤੇ ਜਾ ਕੇ ਬੈਠੇ ਆ, ਤੇ ਇਸ ਲੜਾਈ ਦੇ ਵਿੱਚ, ਜਿਹੜੀ ਲੜਾਈ ਅੱਜ ਫਸਲ ਦੀ ਨਹੀਂ ਨਸਲ ਦੀ ਬਣ ਕੇ ਰਹਿ ਗਈ ਹੈ, ਇਸ ਲੜਾਈ ਦੇ ਵਿੱਚ ਦਿੱਲੀ ਨੂੰ ਗੋਡੇ ਟੇਕ ਕੇ ਤੇ ਫਤਿਹ ਹਾਸਲ ਕਰਕੇ ਆਵਾਂਗੇ। ਇੱਕ ਚੀਜ਼ ਮੈਂ ਇਹਦੇ 'ਚ ਜ਼ਰੂਰ, ਤੁਸੀਂ ਸਵਾਲ ਤਾਂ ਨਹੀਂ ਚਾਹੇ ਪੁੱਛਿਆ, ਬਟ ਮੇਰੇ ਮਨ 'ਚ ਮੈਂ ਕਲੈਰਿਟੀ ਦੇਣੀ ਚਾਹੁੰਦਾ। ਇੱਥੇ ਕਈ ਪਾਰਟੀਆਂ ਕਿਸਾਨੀ ਅੰਦੋਲਨ ਨੂੰ ਲੈ ਕੇ, ਕਿਸਾਨੀ ਮੁੱਦਿਆਂ ਨੂੰ ਲੈ ਕੇ ਸਿਆਸਤ ਕਰਦੀਆਂ ਰਹੀਆਂ। ਕਾਂਗਰਸ ਪਾਰਟੀ ਦਾ ਫਿਕਸਡ ਮੈਚ ਭਾਰਤੀ ਜਨਤਾ ਪਾਰਟੀ ਨਾਲ ਇਹਨਾਂ ਕਾਨੂੰਨਾਂ ਨੂੰ ਲੈ ਕੇ ਜ਼ਾਹਰ ਹੋਇਆ। ਚਾਹੇ ਉਹ ਲੋਕ ਸਭਾ 'ਚ ਜਦੋਂ ਕਾਨੂੰਨ ਆਏ, ਰਾਹੁਲ ਗਾਂਧੀ, ਸੋਨੀਆ ਗਾਂਧੀ ਵਾਕਆਊਟ ਕੀਤੇ, ਅਮਰੀਕਾ ਚਲੇ ਗਏ, ਉਸੇ ਦਿਨ ਕਾਂਗਰਸ ਦੇ ਸਾਰੇ MP ਵਾਕਆਊਟ ਕੀਤੇ। ਰਾਜ ਸਭਾ 'ਚ UPA ਕਾਂਗਰਸ ਦੀ ਮੈਜੋਰਿਟੀ ਸੀ, ਉੱਥੋਂ ਬਿੱਲ ਪਾਸ ਹੋਇਆ ਉਹਨਾਂ ਦੀ ਟੈਕਟਿਕ ਸਪੋਰਟ ਨਾਲ। ਜਿਹੜੀ ਆਮ ਆਦਮੀ ਪਾਰਟੀ ਹੈ, ਹੁਣ ਦੇਖੋ ਤੁਸੀਂ ਇਹ ਦੇਖੋ, ਆਮ ਆਦਮੀ ਪਾਰਟੀ ਦਾ ਭਗਵੰਤ ਮਾਨ ਆਪਦੇ ਆਪ ਨੂੰ ਬਸੰਤੀ ਪੱਗ ਬੰਨ੍ਹ ਕੇ ਇਹ ਕਹਿੰਦਾ ਮੈਂ ਹੀ ਸ਼ਾਇਦ ਭਗਤ ਸਿੰਘ ਦੀ ਸੋਚ ਦਾ ਵਾਰਿਸ ਹਾਂ। ਇਹਦੀ ਅਸਲੀਅਤ ਵੀ ਮੈਂ ਜਾਰੀ ਕੀਤੀ ਆ ਰਿਪੋਰਟ ਹੈ, ਮਿੰਟਸ ਆਫ ਦ ਮੀਟਿੰਗ ਐਂਡ ਰეკਮੈਂਡੇਸ਼ਨਸ ਆਫ ਦ 13th ਸਿਟਿੰਗ ਆਫ ਦ ਸਟੈਂਡਿੰਗ ਕਮੇਟੀ ਔਨ ਫੂਡ, ਕੰਜ਼ਿਊਮਰ ਐਂਡ ਪਬਲਿਕ ਅਫੇਅਰਸ। ਇਸ ਮੀਟਿੰਗ ਦੇ ਵਿੱਚ 18 ਮਾਰਚ ਨੂੰ ਇਸ ਮੀਟਿੰਗ ਦੇ ਵਿੱਚ ਐਸੈਂਸ਼ੀਅਲ ਕਮੋਡਿਟੀਜ਼ ਐਕਟ, ਜਿਹੜਾ ਇੱਕ ਕਾਨੂੰਨ ਆ ਉਹਨਾਂ ਤਿੰਨਾਂ ਦੇ ਵਿੱਚੋਂ, ਜਿਹਦੇ ਰਾਹੀਂ ਵਪਾਰੀਆਂ ਨੇ ਵਿੱਚ ਆ ਕੇ ਤੇ ਹੋਰਡਿੰਗ ਕਰਨੀ ਹੈ ਖੇਤੀ ਵਸਤੂਆਂ ਦੀ, ਉਹ ਕਾਨੂੰਨ ਟੇਕ ਅਪ ਹੋਇਆ, ਡਿਸਕਸ਼ਨਸ ਹੋਈਆਂ। ਉਹ ਕਾਨੂੰਨ ਦੀਆਂ ਡਿਸਕਸ਼ਨਸ ਤੇ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਸੀ, ਉਹ ਪਹਿਲਾਂ ਮੈਂ ਤੁਹਾਨੂੰ ਕਮੇਟੀ ਨੇ ਸਿਫਾਰਿਸ਼ ਕੀ ਕੀਤੀ ਇਹ ਦੱਸ ਦਿਆਂ ਕਿ ਕਮੇਟੀ ਨੇ ਪਹਿਲਾਂ ਤਾਂ ਭੂਮਿਕਾ ਬਣਾਈ ਇਸ ਕਾਨੂੰਨ ਦੀ ਕਿ ਇਹ ਕਾਨੂੰਨ ਬੜਾ ਚੰਗਾ ਹੈ, ਇਹ ਕਾਨੂੰਨ ਨਾਲ ਖੇਤੀ ਦੇ ਵਿੱਚ ਨਵੇਂ ਰਸਤੇ ਖੁੱਲਣਗੇ, ਨਵੇਂ ਦਰਵਾਜ਼ੇ ਖੁੱਲਣਗੇ, ਕਿਸਾਨ ਤਰੱਕੀ ਕਰਨਗੇ, ਕਿਸਾਨ ਨੂੰ ਬੜਾ ਫਾਇਦਾ ਹੋਊਗਾ। ਇਹ ਸਾਰੀਆਂ ਲਿਖ ਕੇ ਅਖੀਰ ਚੋਂ ਲਿਖਦੇ ਹੈ, therefore we recommend the government to implement the Essential Commodities Amendment Act 2020 in letter and spirit and without let or hindrance। ਹੁਣ ਦੇਖੋ, ਉਹ ਬੜੀ ਕਲੀਅਰਲੀ ਕਹਿੰਦੇ ਕਿ ਇਸ ਕਾਨੂੰਨ ਨੂੰ ਲੈਟਰ ਐਂਡ ਸਪਿਰਿਟ, ਬਿਨਾਂ ਕਿਸੇ ਅੜਚਨ ਤੋਂ
ਇਸ ਕਾਨੂੰਨ ਨੂੰ ਲਾਗੂ ਕੀਤਾ ਜਾਵੇ। ਤੇ ਇਹ ਜਿਹੜਾ ਕਾਨੂੰਨ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਭਗਵੰਤ ਮਾਨ ਨਾ ਕੇਵਲ ਹਾਜ਼ਰ ਹੈ, ਆ ਭਗਵੰਤ ਮਾਨ ਦੀ ਹਾਜ਼ਰੀ ਲੱਗੀ ਹੈ, ਭਗਵੰਤ ਮਾਨ ਦੇ ਸਾਈਨ ਹੈ। ਫਿਰ ਲਾਸਟ ਲਾਈਨ 109 ਪੇਜਾਂ ਦੀ ਹੈ ਜੀ ਇਹ ਰਿਪੋਰਟ। ਲਾਸਟ ਲਾਈਨ 'ਚ ਕੀ ਲਿਖਦੇ ਆ? ਆਫਟਰ ਡਿਊ ਡਿਸਕਸ਼ਨ ਹੋਈ ਇਸ ਮੁੱਦੇ ਤੇ the committee adopted the draft report without any amendments or modifications। ਜਿਸ ਦਿਨ ਇਸ ਚੀਜ਼ ਨੂੰ ਹੁਲਾਰਾ ਦਿੱਤਾ ਗਿਆ, ਰਵਾਨਗੀ ਦਿੱਤੀ ਗਈ ਇਸ ਰਿਪੋਰਟ ਨੂੰ, ਉਸੇ ਦਿਨ ਆਮ ਆਦਮੀ ਪਾਰਟੀ ਨੇ ਆਪਣੇ ਪੇਜ ਤੇ, ਭਗਵੰਤ ਮਾਨ ਨੇ ਵੀ ਆਪਣੇ ਪੇਜ ਤੇ ਲਿਖਿਆ ਕਿ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ। ਮੈਂ ਉੱਥੇ ਹਾਜ਼ਰ ਨਹੀਂ ਸੀ ਉਦੋਂ। ਮੈਂ ਤਾਂ ਭਗਵੰਤ ਮਾਨ ਕੀ ਕਹਿੰਦਾ ਜਾਂ ਮੈਂ ਕੀ ਕਹਿੰਦਾ, ਇਹ ਤੁਸੀਂ ਦੋਵਾਂ ਦਾ ਹੀ ਇਤਬਾਰ ਨਾ ਕਰੋ। ਹੁਣ ਤੁਸੀਂ ਦੇਖੋ, ਤੁਸੀਂ ਆਪ ਮਾੜਾ ਜਿਹਾ ਪੜ੍ਹ ਕੇ ਜੇ ਦੱਸ ਦਿਓ, 18 ਮਾਰਚ ਦੀ ਮੀਟਿੰਗ ਹੈ ਨਾ ਜੀ, 18 ਮਾਰਚ 13th ਸਿਟਿੰਗ ਪ੍ਰੈਜ਼ੈਂਟ ਕਮੇਟੀ ਸੈਟ ਫਰੋਮ 10 ਤੋਂ 10:30 ਵਜੇ ਤੱਕ। ਕਮੇਟੀ ਰੂਮ ਸੀ ਗਰਾਊਂਡ ਫਲੋਰ ਪਾਰਲੀਮੈਂਟ ਹਾਊਸ ਐਨੈਕਸੀ। ਪ੍ਰੈਜ਼ੈਂਟ ਭਗਵੰਤ ਮਾਨ। ਠੀਕ ਹੈ ਜੀ। ਫਿਰ ਇੰਨੀ ਦੋਗਲੀ ਰਾਜਨੀਤੀ ਕਿਉਂ, ਇੰਨਾ ਕਿਉਂ ਨਿਘਾਰ ਆ ਗਿਆ ਰਾਜਨੀਤੀ 'ਚ ਕਿ ਤੁਸੀਂ ਇੱਕ ਪਾਸੇ ਸਾਈਨ ਕਰ ਦਿੰਦੇ ਹੋ, ਦੂਜੇ ਪਾਸੇ ਨਾਲ ਹੀ ਆ ਕੇ ਸੋਸ਼ਲ ਮੀਡੀਆ ਤੇ ਕਹਿੰਦੇ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ? ਇਹੀ ਤਾਂ ਸਵਾਲ ਪੁੱਛਣ ਵਾਲਾ ਉਹਨੂੰ। ਮੈਂ ਤਾਂ ਕਹਿ ਰਿਹਾ ਇਹ ਕਾਨੂੰਨ ਨਾਲ ਸਭ ਤੋਂ ਵੱਡਾ ਫਾਇਦਾ ਹੋਣਾ ਕਾਰਪੋਰੇਟ ਹਾਊਸਿਸ ਨੂੰ। ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਨੇ ਵੱਡੇ ਕਾਰਪੋਰੇਟ ਘਰਾਣਿਆਂ ਤੋਂ, ਅੰਬਾਨੀਆਂ ਤੋਂ, ਅਡਾਨੀਆਂ ਤੋਂ ਕਰੋੜਾਂ ਰੁਪਈਆ ਲੈ ਕੇ ਇੱਥੇ ਸਹਿਮਤੀ ਦਿੱਤੀ ਆਪਦੀ, ਕਰੋੜਾਂ ਰੁਪਈਆ ਲੈ ਕੇ। ਹੁਣ ਇਹ ਮੀਟਿੰਗ ਦੇ ਵਿੱਚ ਭਗਵੰਤ ਮਾਨ ਹਾਜ਼ਰ ਹੈ। ਉਹ ਮੀਟਿੰਗ ਦੀ ਰეკਮੈਂਡੇਸ਼ਨ ਤੁਹਾਨੂੰ ਮੈਂ ਪੜ੍ਹ ਕੇ ਸੁਣਾਤੀ। ਉਹ ਮੀਟਿੰਗ ਨੇ ਕਹਿਤਾ ਕਿ ਡਿਊ ਡਿਸਕਸ਼ਨ ਤੋਂ ਬਾਅਦ ਇਹ ਅਸੀਂ ਰეკਮੈਂਡ ਕਰਤਾ, ਤੇ ਭਗਵੰਤ ਮਾਨ ਬੋਲਿਆ ਕਿਉਂ ਨਾ ਜੀ ਇਸ ਮਸਲੇ ਤੇ ਆ ਕੇ? ਜਦੋਂ ਤਾਈਂ ਅਸੀਂ ਮਸਲਾ ਨਹੀਂ ਚੱਕਿਆ ਉਦੋਂ ਤੱਕ ਭਗਵੰਤ ਮਾਨ ਚੁੱਪ ਕਿਉਂ ਸੀ? ਇਹ ਪੈਸਾ ਕਾਰਪੋਰੇਟ ਘਰਾਣਿਆਂ ਤੋਂ ਲੈ ਕੇ ਉਹੀ ਪੈਸਾ ਪੰਜਾਬ ਦੀ ਇਲੈਕਸ਼ਨ ਤੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਲਾਉਣਾ ਚਾਹੁੰਦੇ। ਮਾਣਾ ਸਾਹਿਬ ਗੱਲਬਾਤ ਕਰਨ ਲਈ, ਸੋ 22 ਦੀ ਇਲੈਕਸ਼ਨ ਨੇੜੇ ਆ ਰਹੀ ਹੈ, ਤਾਂ ਹੁਣ ਫੈਕਟ ਦੇ ਉੱਤੇ ਗੱਲਬਾਤ ਜਿਸ ਤਰੀਕੇ ਨਾਲ ਮੰਟੀ ਰਮਾਣਾ ਹੋਣਾ ਨੇ ਕੀਤੀ ਹੈ, ਚਾਹੇ ਭਗਵੰਤ ਮਾਨ ਦੀ ਹੈ, ਚਾਹੇ ਕਿਸਾਨੀ ਅੰਦੋਲਨ ਦੀ ਹੈ, ਚਾਹੇ ਬਾਘਾ ਪੁਰਾਣਾ ਦੇ ਵਿੱਚ ਹੋਈ ਕੇਜਰੀਵਾਲ ਦੀ ਰੈਲੀ ਦਾ, ਜੋ ਇਹਨਾਂ ਨੇ ਕੱਚਾ ਚਿੱਠਾ ਲੈ ਕੇ ਪਹੁੰਚੇ ਨੇ, ਉਸ ਦੇ ਵਿੱਚ ਚੀਜ਼ਾਂ ਜ਼ਾਹਿਰ ਹੁੰਦੀਆਂ ਨੇ ਤਾਂ ਕਿਤੇ ਨਾ ਕਿਤੇ ਕਿਸਾਨੀ ਮੁੱਦੇ ਦੇ ਨਾਂ ਤੇ ਉੱਤੇ ਰਾਜਨੀਤੀ ਜ਼ਰੂਰ ਹੋ ਰਹੀ ਹੈ। ਕੈਮਰਾਮੈਨ ਮਨੀਸ਼ ਦੇ ਨਾਲ ਮਨਦੀਪ ਸਿੰਘ, ਜਲੰਧਰ।